ਸਤਿ ਸ਼੍ਰੀ ਅਕਾਲ ਜੀ। ਆਪਣਾ ਅੱਜ ਅਗਲਾ ਟੌਪਿਕ ਹੈਗਾ ਗੁਰਮਤਿ ਸਾਹਿਤ। ਪੇਪਰ 1 ਦੇ ਵਿੱਚ ਸੈਕਸ਼ਨ A ਦਾ ਟੌਪਿਕ ਹੈ ਇਹ ਗੁਰਮਤਿ ਸਾਹਿਤ। ਮੱਧਕਾਲੀਨ ਸਾਹਿਤ ਦੇ ਤਹਿਤ ਇਹ ਟੌਪਿਕ ਆਉਂਦਾ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਸੂਫੀ ਸਾਹਿਤ ਸਾਡੇ ਕੋਲ ਇੱਕ ਟੌਪਿਕ ਹੈ, ਉਸ ਤੋਂ ਅਗਲਾ ਸਾਡੇ ਕੋਲ ਇਹ ਟੌਪਿਕ ਆਉਂਦਾ ਗੁਰਮਤਿ ਸਾਹਿਤ। ਗੁਰਮਤਿ ਸ਼ਬਦ ਦਾ ਭਾਵ ਕੀ ਹੈ? ਜਿਵੇਂ ਆਪਾਂ ਗੱਲ ਕੀਤੀ ਸੀ ਸੂਫੀ ਸ਼ਬਦ ਦਾ ਕੀ ਭਾਵ ਹੈ, ਉਸੇ ਤਰੀਕੇ ਨਾਲ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਗੁਰਮਤਿ ਸ਼ਬਦ। ਗੁਰ ਆਇਆ ਗੁਰੂ ਤੋਂ, ਮਤ ਦਾ ਮਤਲਬ ਹੈ ਵਿਚਾਰਧਾਰਾ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਆਈਡੀਓਲੋਜੀ ਕਹਿ ਦਿੰਦੇ ਹਾਂ, ਫਿਲਾਸਫੀ ਵੀ ਕਹਿ ਸਕਦੇ ਹਾਂ ਆਪਾਂ, ਭਾਵ ਗੁਰੂਆਂ ਦੀ ਵਿਚਾਰਧਾਰਾ। ਤਾਂ ਇਹ ਸਾਡੇ ਕੋਲ ਇੱਕ ਕਵਿਤਾ ਹੈ ਗੁਰਮਤਿ ਦੇ ਤਹਿਤ, ਜਿਹਨੂੰ ਅਸੀਂ ਗੁਰਬਾਣੀ ਵੀ ਕਹਿ ਦਿੰਦੇ ਹਾਂ, ਭਾਵ ਗੁਰੂਆਂ ਦੀ ਬਾਣੀ, ਗੁਰੂਆਂ ਦੀ ਰਚਨਾ। ਉਹਦੇ ਵਿੱਚ ਕਿਹੜੇ ਸਿੱਖ ਗੁਰੂਆਂ ਦੀ ਰਚਨਾ, ਇਹਦੇ ਵਿੱਚ ਭੱਟ ਵੀ ਨੇ, ਇਹਦੇ ਵਿੱਚ ਹੋਰ ਲੋਕ ਵੀ ਨੇ, ਇਹਦੇ ਵਿੱਚ ਭਗਤ ਵੀ ਨੇ, ਉਹਨਾਂ ਦੀ ਬਾਣੀ ਵੀ ਹੈਗੀ ਹੈ। ਤੇ ਇਹਨੂੰ ਅਸੀਂ ਗੁਰਮਤਿ ਕਿਉਂ ਕਹਿੰਦੇ ਆ? ਕਿਉਂਕਿ ਉਹਨਾਂ ਦੀ ਵਿਚਾਰਧਾਰਾ ਜਿਹੜੀ ਆ ਉਹ ਇੱਕੋ ਜਿਹੀ ਵਿਚਾਰਧਾਰਾ ਸਭ ਦੀ ਹੈਗੀ ਹੈ, ਤੇ ਗੁਰੂਆਂ ਦੀ ਜਿਹੜੀ ਪੂਰੀ ਵਿਚਾਰਧਾਰਾ ਉਹਨੂੰ ਅਸੀਂ ਨਾਮ ਦੇਤਾ ਗੁਰਮਤਿ। ਹੁਣ ਅਗਲਾ ਜਿਹੜਾ ਸਵਾਲ ਹੈ ਇਹਦੇ ਵਿੱਚ ਇਹ ਆ ਜਾਂਦਾ ਹੈ ਕਿ ਇਹ ਜਿਹੜਾ ਗੁਰਬਾਣੀ ਵਾਲਾ ਰੁਝਾਨ ਪੈਦਾ ਹੋਇਆ, ਜਾਂ ਅਸੀਂ ਕਹਿੰਦੇ ਗੁਰਮਤਿ ਦੀ ਜਿਹੜੀ ਇਹ ਕਵਿਤਾ ਆਈ ਹੈ, ਇਹ ਕਦੋਂ ਉੱਭਰੀ ਤੇ ਕਿਉਂ ਉੱਭਰੀ, ਕਿਹੜੀਆਂ ਸਥਿਤੀਆਂ ਦੇ ਤਹਿਤ ਉੱਭਰੀ? ਕੋਈ ਵੀ ਸਾਹਿਤ ਹੈ ਜਿਹੜਾ ਉਹ ਕਦੇ ਵੀ ਖਲਾ ਚੋਂ ਪੈਦਾ ਨਹੀਂ ਹੁੰਦਾ। ਉਸ ਵੇਲੇ ਦੀਆਂ ਸਥਿਤੀਆਂ ਕੁਝ ਹੁੰਦੀਆਂ ਨੇ, ਉਸ ਵੇਲੇ ਦੀਆਂ ਕੁਝ ਸਮਾਜਿਕ, ਰਾਜਨੀਤਿਕ, ਆਰਥਿਕ ਸਥਿਤੀਆਂ ਹੋਣਗੀਆਂ, ਉਹਦੇ ਵਿੱਚੋਂ ਉਹ ਸਾਹਿਤ ਦੀ ਵਿਧਾ ਪੈਦਾ ਹੁੰਦੀ ਹੈ। ਇਸੇ ਤਰੀਕੇ ਦੇ ਨਾਲ ਜਿਵੇਂ ਅਸੀਂ ਗੱਲ ਕਰੀਏ ਗੁਰਮਤਿ ਦੀ, ਤਾਂ ਅਸੀਂ ਉਹਦੇ ਥੋੜਾ ਪਿਛੋਕੜ 'ਚ ਜਾਂਦੇ ਹਾਂ। ਅਸੀਂ ਪਿਛਲੇ ਦਿਨੀ ਗੱਲ ਕੀਤੀ ਸੀ ਨਾਥ ਮਤ ਦੀ, ਜਿਹੜਾ ਕਿ ਸਾਡੇ ਕੋਲੇ ਪ੍ਰਾਚੀਨ ਪਿਛੋਕੜ ਦੇ ਟੌਪਿਕ ਦੇ ਤਹਿਤ ਹੈ। ਉਸੇ ਤਰੀਕੇ ਦੇ ਨਾਲ ਸਾਡੇ ਕੋਲੇ ਆਪਾਂ ਜਦੋਂ ਗੱਲ ਕਰਦੇ ਹਾਂ, ਦੇਖਦੇ ਹਾਂ, ਤਾਂ ਨਾਥ ਮਤ ਤੇ ਅਸੀਂ ਇਹ ਵੀ ਵਿਚਾਰ ਸਾਂਝੇ ਕੀਤੇ ਸੀ ਕਿ ਨਾਥ ਮਤ ਜਿਹੜਾ ਹੈ ਉਹ ਕਿਵੇਂ ਪੈਦਾ ਹੋਇਆ। ਤਾਂ ਅਸੀਂ ਇੱਕ ਇਤਿਹਾਸ ਦੇ ਵਿੱਚ ਗਏ ਸੀ, ਸਿੱਧ ਮਤ ਦੀ ਗੱਲ ਕੀਤੀ ਸੀ। ਹੁਣ ਉੱਥੋਂ ਹੀ ਅਗਲਾ ਪੜਾਅ ਜਿਹੜਾ ਸਾਡੇ ਕੋਲੇ ਨਿਕਲ ਕੇ ਆਉਂਦਾ ਉਹ ਹੈ ਗੁਰਮਤਿ ਦਾ। ਅਸੀਂ ਇਹ ਗੱਲ ਕੀਤੀ ਸੀ ਕਿ ਸਿੱਧ ਮਤ ਜਿਹੜਾ ਸੀ ਉਹਨੇ ਭੋਗਵਾਦ ਦੀ ਸਿਫਾਰਿਸ਼ ਕੀਤੀ ਸੀ ਕਿ ਜੋ ਵੀ ਤੁਸੀਂ ਜਿਵੇਂ ਜਿਉਣਾ ਚਾਹੁੰਦੇ ਹੋ ਜੀ ਲਓ, ਜਿਹੜੀਆਂ ਵੀ ਤੁਹਾਡੀਆਂ ਇੱਛਾਵਾਂ ਨੇ ਉਹਨਾਂ ਦੀ ਪੂਰਤੀ ਕਰੋ। ਇਹਦੇ ਉਲਟ, ਇਹਦੇ ਵਿਰੋਧ ਦੇ ਵਿੱਚ ਜੇ ਅਸੀਂ ਕਹੀਏ ਕਿ ਜਿਹੜਾ ਸਿੱਧ ਮਤ ਹੈ ਉਹ ਇੱਕ ਵਾਦ ਸੀ, ਉਹ ਥੀਸਿਸ ਸੀ, ਤਾਂ ਐਂਟੀਥੀਸਿਸ ਜਾਂ ਪ੍ਰਤੀਵਾਦ ਬਣ ਕੇ ਆਇਆ ਸਾਡੇ ਕੋਲੇ ਨਾਥ ਮਤ, ਜਿਹਨੇ ਕਿ ਯੋਗਵਾਦ ਦੀ ਸਿਫਾਰਿਸ਼ ਕੀਤੀ। ਉਹਨੇ ਕਿਹਾ ਕਿ ਨਹੀਂ, ਇੱਛਾਵਾਂ ਪੂਰੀਆਂ ਨਹੀਂ ਕਰਨੀਆਂ, ਇੱਛਾਵਾਂ ਨੂੰ ਛੱਡੋ। ਪਰ ਜਿਹੜਾ ਮਨੁੱਖ ਹੈ ਉਹ ਜਦੋਂ ਇਸ ਧਰਤੀ ਤੇ ਜਨਮ ਲੈਂਦਾ ਤਾਂ ਉਹ ਬ੍ਰਹਮ ਦੇ ਨਾਲ ਵੀ ਜੁੜਿਆ ਹੋਇਆ ਤੇ ਉਹ ਇਸ ਸੰਸਾਰ ਦੇ ਨਾਲ ਵੀ ਜੁੜਿਆ ਹੋਇਆ। ਉਹ ਆਪਣੀਆਂ ਇੱਛਾਵਾਂ ਨੂੰ ਬਿਲਕੁਲ ਖਤਮ ਕਰਕੇ ਵੀ ਨਹੀਂ ਸਹੀ ਜੀਵਨ ਜੀ ਸਕਦਾ, ਔਰ ਸਿਰਫ ਇੱਛਾਵਾਂ ਦੇ ਵਿੱਚ ਲੁਪਤ ਹੋ ਕੇ ਵੀ ਸਹੀ ਜੀਵਨ ਨਹੀਂ ਜੀ ਸਕਦਾ। ਉਹਨੂੰ ਇੱਕ ਸੰਤੁਲਨ ਚਾਹੀਦਾ ਹੈ, ਉਹਨੂੰ ਇੱਕ ਮਿਡਲ ਪਾਥ ਚਾਹੀਦਾ, ਮੱਧ ਪਾਥ ਚਾਹੀਦਾ, ਜਿਹਦੀ ਗੱਲ ਕਿ ਸਦੀਆਂ ਪਹਿਲਾਂ ਮਹਾਤਮਾ ਬੁੱਧ ਨੇ ਵੀ ਕੀਤੀ ਸੀ। ਉਹੀ ਗੱਲ ਇੱਕ ਵੱਖਰੇ ਢੰਗ ਦੇ ਨਾਲ ਸਾਡੇ ਕੋਲੇ ਫੇਰ ਉੱਭਰ ਕੇ ਆਈ, ਔਰ ਇਹ ਹਮੇਸ਼ਾ ਉੱਭਰਦੀ ਰਹੀ ਹੈ। ਔਰ ਜਦੋਂ ਤੱਕ ਮਨੁੱਖ ਦੇ ਮਨ ਤੇ ਮਨੁੱਖ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਗੱਲ ਹੁੰਦੀ ਰਹੇਗੀ, ਉਦੋਂ ਤੱਕ ਇਹ ਗੱਲ ਉੱਭਰਦੀ ਰਹੇਗੀ ਕਿ ਮਨੁੱਖ ਨੂੰ ਸੰਤੁਲਿਤ ਜੀਵਨ ਚਾਹੀਦਾ ਹੈ, ਇੱਕ ਮਿਡਲ ਪਾਥ ਚਾਹੀਦਾ ਹੈ। ਇਸੇ ਤਰੀਕੇ ਦੇ ਨਾਲ ਜਿਵੇਂ ਅਸੀਂ ਗੱਲ ਕੀਤੀ ਵਾਦ ਤੇ ਪ੍ਰਤੀਵਾਦੀ, ਥੀਸਿਸ, ਐਂਟੀਥੀਸਿਸ, ਇਸੇ ਸਿੱਧ ਮਤ ਤੇ ਨਾਥ ਮਤ ਦੇ ਵਿੱਚੋਂ ਹੀ ਇੱਕ ਵਾਦ ਉੱਭਰ ਕੇ ਆਇਆ। ਡਾਕਟਰ ਜਗਬੀਰ ਸਿੰਘ ਜੀ ਨੇ ਜਿਹਦੇ ਤੇ ਗੱਲ ਕੀਤੀ ਹੈ ਕਿ ਇਸੇ ਨੂੰ ਹੀ ਸੰਵਾਦ ਕਿਹਾ, ਤੇ ਇਹ ਗੁਰਮਤਿ ਸੀ ਸਾਡਾ। ਇਹਦੇ ਵਿੱਚ 3 ਸ਼ਬਦ ਆਉਂਦੇ ਆ, ਗਿਰ, ਮਾਹੇ, ਉਦਾਸਾ। ਗਿਰ ਦਾ ਮਤਲਬ ਹੈ ਗ੍ਰਸਤੀ 'ਚ ਰਹਿਣਾ, ਉਦਾਸਾ ਦਾ ਮਤਲਬ ਹੈ ਨਿਵਰਤੀ ਵਾਲਾ, ਉਦਾਸੀ ਵਾਲਾ ਜੀਵਨ ਜਿਉਣਾ, ਭਾਵ ਸੰਸਾਰ ਦੇ ਵਿੱਚ ਰਹਿੰਦਿਆਂ ਵੀ ਸੰਸਾਰ ਤੋਂ ਅਲਹਿਦਗੀ ਪੈਦਾ ਕਰਕੇ ਰੱਖਣੀ ਹੈ। ਸੰਸਾਰ ਦੇ ਵਿੱਚ ਰਹਿਣਾ ਵੀ ਹੈ ਪਰ ਸੰਸਾਰ ਦੇ ਵਿੱਚ ਲੁਪਤ ਵੀ ਨਹੀਂ ਹੋਣਾ। ਸੋ ਇਹ ਜਿਹੜੀ ਵਿਚਾਰਧਾਰਾ ਹੈ, ਇਹ ਜਿਹੜੀ ਗੱਲਬਾਤ ਹੈ, ਇਹ ਗੁਰਮਤਿ ਸਾਨੂੰ ਸਿਖਾਉਂਦਾ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਗੁਰਮਤਿ ਜਿਹੜਾ ਹੈ ਉਹ ਸਿਰਫ ਰਹੱਸਵਾਦ ਦੀ, ਉਹ ਸਿਰਫ ਪਰਮਾਤਮਾ ਦੀ ਗੱਲ ਨਹੀਂ ਕਰਦਾ, ਗੁਰਮਤਿ ਨੈਤਿਕਤਾ ਦੀ ਗੱਲ ਵੀ ਕਰਦਾ ਹੈ। ਗੁਰਮਤਿ ਇੱਕ ਐਥਿਕਸ ਦੀ ਗੱਲ ਵੀ ਕਰਦਾ ਹੈ। ਤਾਂ ਇੱਥੋਂ ਇੱਕ ਸਾਡੇ ਕੋਲ ਇਹ ਵੀ ਪੁਆਇੰਟ ਨਿਕਲ ਕੇ ਆਉਂਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ, ਜਦੋਂ ਅਸੀਂ ਇਹਨਾਂ ਬਾਰੇ ਪੜ੍ਹਦੇ ਹਾਂ, ਗੁਰਮਤਿ ਦੇ ਬਾਰੇ 'ਚ ਪੜ੍ਹਦੇ ਹਾਂ, ਜਾਂ ਅਸੀਂ ਸੈਕੰਡ ਪੇਪਰ ਦੇ ਵਿੱਚ ਸ਼ੇਖ ਫਰੀਦ ਸਾਹਿਬ ਬਾਰੇ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਦੀਆਂ 3 ਬਾਣੀਆਂ ਪੜ੍ਹਦੇ ਹਾਂ, ਤਾਂ ਉਹ ਤੁਹਾਨੂੰ ਐਥਿਕਸ ਦੇ ਪੇਪਰ ਦੇ ਵਿੱਚ ਵੀ ਕੰਮ ਦਿੰਦੀਆਂ ਨੇ। ਤੁਹਾਡਾ ਪੇਪਰ ਹੈ ਜਿਹੜਾ ਉਹ ਬਾਕੀ ਐਸਪੀਰੈਂਟਸ ਤੋਂ ਬਿਲਕੁਲ ਵੱਖਰੀ ਇੱਕ ਵੱਖਰਾ ਰੰਗ ਲੈ ਲੈਂਦਾ ਉਹ, ਜਦੋਂ ਅਸੀਂ ਇਦਾਂ ਦੀਆਂ ਉੱਥੇ ਕੋਰਸ ਦਿੰਦੇ ਹਾਂ, ਕੋਈ ਇਦਾਂ ਦੀਆਂ ਐਗਜ਼ਾਮਪਲਸ ਅਸੀਂ ਦਿੰਦੇ ਹਾਂ ਸਾਡੇ ਗੁਰਮਤਿ ਦੇ ਵਿੱਚੋਂ। ਤਾਂ ਇਸ ਤਰੀਕੇ ਦੇ ਨਾਲ ਜਿਵੇਂ ਅਸੀਂ ਹੁਣੇ ਵਾਪਸ ਆਉਣੇ ਇੱਕ ਟੌਪਿਕ ਤੇ ਜਿਹੜੀ ਗੱਲ ਕੀਤੀ ਸੀ ਕਿ ਮਨੁੱਖ ਹੈ ਜਿਹੜਾ ਉਹ ਬ੍ਰਹਮ ਤੇ ਸੰਸਾਰ ਦੇ ਵਿੱਚ ਇੱਕ ਮਿਲਣ ਬਿੰਦੂ ਹੈ। ਮਨੁੱਖ ਬ੍ਰਹਮ ਦੇ ਨਾਲ ਵੀ ਜੁੜਿਆ ਹੋਇਆ, ਮਨੁੱਖ ਸੰਸਾਰ ਦੇ ਨਾਲ ਵੀ ਜੁੜਿਆ ਹੋਇਆ। ਸੰਸਾਰ ਦੇ ਨਾਲ ਜੁੜਿਆ ਹੋਇਆ ਸਰੀਰ ਤੋਂ, ਆਪਣੀ ਇੱਛਾਵਾਂ ਤੋਂ, ਬ੍ਰਹਮ ਦੇ ਨਾਲ ਜੁੜਿਆ ਹੋਇਆ ਆਤਮਾ ਦੇ ਪੱਖ ਤੋਂ।
ਤਾਂ ਇਹ ਇੱਕ ਦੋਨਾਂ ਦੇ ਵਿੱਚ ਇੱਕ ਲਿੰਕ ਪੁਆਇੰਟ ਵੀ ਹੈ, ਤੇ ਇਹੀ ਜਿਹੜਾ ਲਿੰਕ ਪੁਆਇੰਟ ਹੈ, ਜਿਹੜਾ ਅਸੀਂ ਕਹਿੰਦੇ ਇੱਕ ਮਿਲਣ ਬਿੰਦੂ ਹੈ, ਇਹ ਮਨੁੱਖ ਦੇ ਅੰਦਰ ਵਿਰੋਧਾਭਾਸ ਵੀ ਪੈਦਾ ਕਰਦਾ ਹੈ। ਅਸੀਂ ਸਭ ਮਨੁੱਖ ਬਹੁਤ ਵਾਰੀ ਜ਼ਿੰਦਗੀ 'ਚ ਵੇਖਦੇ ਹਾਂ ਕਿ ਸਾਡੇ ਕੋਲੇ ਸਭ ਕੁਝ ਹੁੰਦਾ, ਫਿਰ ਵੀ ਅਸੀਂ ਉਦਾਸ ਹੁੰਦੇ ਹਾਂ। ਸਭ ਕੁਝ ਹੈ ਕੀ ਹੈ? ਮਟੀਰੀਅਲਿਸਟਿਕ ਪਦਾਰਥ ਚੀਜ਼ਾਂ। ਪਰ ਉਦਾਸੀ ਕਾਹਦੀ ਹੈ? ਉਦਾਸੀ ਹੈ ਇੱਕ ਉਸ ਜਿਹੜੀ ਅਸੀਮ ਤਾਕਤ ਹੈ, ਅਸੀਮ ਸ਼ਕਤੀ ਹੈ, ਉਹਦੇ ਨਾਲ ਮਿਲਾਪ ਕਰਨ ਦੀ, ਜਿਹੜੀ ਕਿ ਆਮ ਮਨੁੱਖ ਨੂੰ ਸਮਝ ਨਹੀਂ ਆਉਂਦੀ। ਸੋ ਜਿਹੜਾ ਇਹ ਗੁਰਮਤਿ ਹੈ, ਅਸੀਂ ਇਹਦੇ ਬਾਰੇ ਜਦੋਂ ਫਸਟ ਪੇਪਰ ਦੇ ਵਿੱਚ ਪੜ੍ਹਦੇ ਹਾਂ ਤਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਇਹ ਜਿਹੜੀ ਬਾਣੀ ਹੈ ਮਾਨਵਵਾਦ ਦੀ ਬਾਣੀ ਹੈ। ਇਹ ਮਨੁੱਖਤਾ ਦੀ ਗੱਲ ਕਰਦੀ ਹੈ, ਇਹ ਕਿਸੇ ਧਰਮ ਦੀ ਗੱਲ ਨਹੀਂ ਕਰਦੀ, ਇਹ ਮਨੁੱਖਤਾ ਦੀ ਗੱਲ ਕਰਦੀ ਹੈ ਅਸਲ ਦੇ ਵਿੱਚ। ਇਹਦੇ ਵਿੱਚ 12 ਮਾਹ ਵੀ ਨੇ, ਇਹਦੇ ਵਿੱਚ ਛੰਤ ਵੀ ਨੇ, ਇਹਦੇ ਵਿੱਚ ਵਾਰਾਂ ਵੀ ਨੇ। ਤਾਂ ਬਹੁਤ ਦਿਲਚਸਪ ਜਿਹੜੀ ਇਹ ਸਾਡੇ ਕੋਲ ਇੱਕ ਕਵਿਤਾ ਬਣ ਕੇ ਉੱਭਰਦੀ ਹੈ, ਜਿਹਨੂੰ ਅਸੀਂ ਪੇਪਰ ਵਾਸਤੇ ਪੜ੍ਹਦੇ ਹਾਂ। ਇੱਥੇ ਮੈਂ ਇੱਕ ਚੀਜ਼ ਹੋਰ ਸਪਸ਼ਟ ਕਰਨੀ ਚਾਹਣਾ ਕਿ ਜਦੋਂ ਅਸੀਂ ਗੁਰਮਤਿ ਸਾਹਿਤ ਦੀ ਗੱਲ ਕਰਦੇ ਤਾਂ ਅਸੀਂ ਸਾਹਿਤ ਦੇ ਸੰਬੰਧ ਵਿੱਚ ਪੜ੍ਹਨਾ, ਅਸੀਂ ਗੁਰਬਾਣੀ ਨਹੀਂ ਪੜ੍ਹਨੀ ਹੈਗੀ। ਅਸੀਂ ਸਿਰਫ ਉਹਦੇ ਵਿੱਚੋਂ ਸੰਕੇਤ ਲੈਣੇ ਆ, ਉਹਦੇ ਬਾਰੇ ਸਮਝਣਾ, ਉਹਦੇ ਵਿੱਚੋਂ ਉਦਾਹਰਨਾਂ ਲੈ ਕੇ। ਸੋ ਇਹ ਜਿਹੜਾ ਵਿਸ਼ਾ ਹੈ ਆਪਣੇ ਆਪ 'ਚ ਬਹੁਤ ਜ਼ਿਆਦਾ ਦਿਲਚਸਪ ਹੈ, ਜਿਹੜਾ ਸਾਨੂੰ ਇਹ ਵੀ ਦੱਸਦਾ ਹੈ ਕਿ ਸਾਡੇ ਜਿਹੜੇ ਸਾਹਿਤ ਦੀ ਯਾਤਰਾ ਤੇ ਸਾਡੇ ਪੰਜਾਬ ਦੇ ਵਿੱਚ ਮਨੁੱਖ ਦੀ ਜਿਹੜੀ ਜਾਂ ਮਨੁੱਖੀ ਜੀਵਨ ਦੀ ਯਾਤਰਾ, ਉਹ ਕਿਹੜੇ ਪੜਾਵਾਂ ਦੇ ਵਿੱਚੋਂ ਹੋ ਕੇ ਲੰਘੀ। ਜਿਵੇਂ ਅਸੀਂ ਪਹਿਲਾਂ ਨਾਥਮਤ ਦੀ ਗੱਲ ਕੀਤੀ, ਫਿਰ ਸੂਫੀ ਸਾਹਿਤ ਦੀ ਗੱਲ ਕੀਤੀ, ਹੁਣ ਗੁਰਮਤਿ ਦੀ। ਇਸ ਤੋਂ ਬਾਅਦ ਸਾਡੇ ਕੋਲੇ ਕਿੱਸਾ ਸਾਹਿਤ ਹੈ, ਵਾਰ ਹੈ, ਜਨਮ ਸਾਖੀਆਂ, ਕਿ ਕਿਵੇਂ ਕਿਵੇਂ ਮਨੁੱਖ ਦੀ ਜ਼ਿੰਦਗੀ ਇੱਥੇ ਚੱਲੀ ਤੇ ਕਿਵੇਂ ਕਿਵੇਂ ਸਾਡਾ ਸਾਹਿਤ ਹੈ ਜਿਹੜਾ ਉਹ ਪੜਾਅ ਦਰ ਪੜਾਅ ਵਿਕਾਸ ਕਰਦਾ ਗਿਆ। ਸੋ ਇਹਨਾਂ ਸਾਰੇ ਵਿਸ਼ਿਆਂ ਬਾਰੇ ਅਸੀਂ ਇਹਦੇ 'ਚ ਪੜ੍ਹਦੇ ਹਾਂ। ਸੋ ਬਹੁਤ ਦਿਲਚਸਪ ਵਿਸ਼ਾ, ਜਿਹੜਾ ਕਿ ਤੁਹਾਨੂੰ ਹੋਰਨਾਂ ਪੇਪਰਾਂ ਦੇ ਵਿੱਚ GS4 ਦੇ ਵਿੱਚ ਵੀ ਕੰਮ ਦਿੰਦਾ, ਤੁਹਾਨੂੰ ਤੁਹਾਡੇ ਐਸੇ ਦੇ ਵਿੱਚ ਵੀ ਕੰਮ ਦਿੰਦਾ, ਇੰਟਰਵਿਊ ਦੇ ਵਿੱਚ ਵੀ ਕੰਮ ਦਿੰਦਾ, ਔਰ ਸਭ ਤੋਂ ਵੱਧ ਮੈਂ ਇਹ ਕਹਾਂਗਾ ਕਿ ਤੁਹਾਨੂੰ ਤੁਹਾਡੇ ਜ਼ਿੰਦਗੀ ਨੂੰ ਜਿਉਣ ਦੇ ਸਲੀਕੇ 'ਚ ਕੰਮ ਦਿੰਦਾ ਹੈ। ਸੋ ਬਹੁਤ ਬਹੁਤ ਧੰਨਵਾਦ। ਆਲ ਦੀ ਵੈਰੀ ਬੈਸਟ।